ਮਤਲਬ ਦੀ ਗੱਲ ਕਹੋ। ਮਤਲਬ ਦੀ ਗੱਲ ਦਾ ਇਹ ਮਤਲਬ ਨਹੀਂ ਕਿ ਆਪਣੇ ਸਵਾਰਥ ਦੀ ਹੀ ਗੱਲ ਕਰੋ, ਬਲਕਿ ਇਸ ਦਾ ਮਤਲਬ ਇਹ ਹੈ ਕਿ ਬੇਮਤਲਬ ਦੀਆਂ ਗੱਲਾਂ ਵਿੱਚ ਆਪਣਾ ਅਤੇ ਦੂਸਰਿਆਂ ਦਾ ਕੀਮਤੀ ਸਮਾਂ ਬਰਬਾਦ ਨਾ ਕਰੋ ਅਤੇ ਜੋ ਕੁਝ ਕਹਿਣਾ ਹੋਵੇ ਸੰਖੇਪ ਵਿੱਚ ਕਹੋ। ਗੈਰ ਜ਼ਰੂਰੀ ਗੱਲਾਂ ਦੇ ਢੇਰ ਵਿੱਚ ਜ਼ਰੂਰੀ ਗੱਲ ਨੂੰ ਦੱਬ ਨਾ ਜਾਣ ਦਿਓ। ਅੱਜ ਦੇ ਵਿਅਸਤ ਜੀਵਨ ਵਿੱਚ ਕਿਸੇ ਦੇ ਕੋਲ ਇੰਨਾ ਸਮਾਂ ਨਹੀਂ ਹੈ ਕਿ ਗੈਰ ਜ਼ਰੂਰੀ ਅਤੇ ਬੇਮਤਲਬ ਦੀਆਂ ਗੱਲਾਂ ਕਰ ਜਾਂ ਸੁਣ ਸਕੇ। ਇਹੀ ਗੱਲ ਲਿਖਣ ਅਤੇ ਪੜ੍ਹਨ ਉੱਤੇ ਵੀ ਹੂ-ਬਹੂ ਲਾਗੂ ਹੁੰਦੀ ਹੈ। ਉਹ ਸਮਾਂ ਹੁਣ ਲੱਦ ਚੁੱਕਾ ਹੈ ਜਦੋਂ ਲੋਕਾਂ ਦੇ ਕੋਲ ਖਾਲੀ ਵਕਤ ਹੋਇਆ ਕਰਦਾ ਸੀ ਅਤੇ ਬੇਮਕਸਦ ਗੱਲਾਂ ਕਰਨ ਵਾਲਿਆਂ ਦੀ ਪੁੱਛ ਹੋਇਆ ਕਰਦੀ ਸੀ। ਅੱਜ ਤਾਂ ਅਜਿਹੇ ਲੋਕਾਂ ਨੂੰ ਕੋਈ 1 ਮਿੰਟ ਦੇ ਲਈ ਵੀ ਸਹਿਣ ਨਹੀਂ ਕਰ ਸਕਦਾ। ਲੇਕਿਨ ਐਸੇ ਲੋਕਾਂ ਦੀ ਕਮੀ ਅੱਜ ਵੀ ਨਹੀਂ ਜੋ ਕਦੇ ਵੀ ਸਿੱਧੀ ਗੱਲ ਨਹੀਂ ਕਰਨਗੇ, ਹਮੇਸ਼ਾ ਘੁਮਾ ਫਿਰਾ ਕੇ ਅਤੇ ਲੰਮੀ ਚੌੜੀ ਭੂਮਿਕਾ ਬੰਨ੍ਹ ਕੇ ਮਤਲਬ ਦੀ ਗੱਲ ਤੇ ਆਉਣਗੇ, ਅਤੇ ਉਹ ਵੀ ਕੁਝ ਇਸ ਢੰਗ ਨਾਲ ਕਿ ਮਤਲਬ ਦੀ ਗੱਲ ਵੀ ਭੂਮਿਕਾ ਦਾ ਹੀ ਹਿੱਸਾ ਬਣ ਕੇ ਰਹਿ ਜਾਵੇ ਅਤੇ ਲੋੜੀਂਦਾ ਪ੍ਰਭਾਵ ਨਾ ਪਾ ਸਕੇ। ਜੇ ਕਿਸੇ ਵਪਾਰੀ ਵਿੱਚ ਇਹ ਬੁਰੀ ਆਦਤ ਹੋਵੇ ਤਾਂ ਉਹ ਆਪਣਾ ਜ਼ਿਆਦਾਤਰ ਸਮਾਂ ਜਿਸ ਤਿਸ ਦੇ ਨਾਲ ਬੇਸਿਰ ਪੈਰ ਦੀਆਂ ਗੱਲਾਂ ਵਿੱਚ ਹੀ ਗੁਆ ਦੇਵੇ ਅਤੇ ਆਪਣਾ ਸਾਰਾ ਧੰਦਾ ਚੌਪਟ ਕਰਕੇ ਰੱਖ ਦੇਵੇ। ਆਧੁਨਿਕ ਵਪਾਰ ਦਾ ਤਾਂ ਮੂਲ ਮੰਤਰ ਹੀ ਇਹ ਹੋ ਚੁੱਕਾ ਹੈ ਕਿ ਆਓ, ਕਹੋ, ਜਾਓ। ਜੇ ਕੋਈ ਮਾਲ ਪਸੰਦ ਹੋਵੇ ਤਾਂ ਝੱਟ ਨਾਲ ਸੌਦਾ ਤੈਅ ਕਰਕੇ ਲੈ ਲਵੋ, ਨਹੀਂ ਤਾਂ ਛੁੱਟੀ ਕਰੋ। ਅਗਲਾ ਗਾਹਕ ਖੜਾ ਹੈ, ਉਸ ਨੂੰ ਲੈਣ ਦਿਓ। ਵਪਾਰੀ ਦਾ ਤਾਂ ਇੱਕ ਪਲ ਸਿਰਫ ਉਸ ਵਸਤੂ ਦੇ ਵਿਸ਼ੇ ਵਿੱਚ ਹੀ ਗੱਲਬਾਤ ਤੇ ਖਰਚ ਹੋਣਾ ਚਾਹੀਦਾ ਹੈ। ਮੈਂ ਇੱਕ ਅਜਿਹੇ ਵਪਾਰੀ ਨੂੰ ਜਾਣਦਾ ਹਾਂ ਜੋ ਇਸੇ ਮਰਜ਼ ਦਾ ਮਰੀਜ਼ ਹੈ। ਕਦੇ ਵੀ ਸਿੱਧੀ ਗੱਲ ਨਹੀਂ ਕਰੇਗਾ, ਹਮੇਸ਼ਾ ਗੱਲ ਨੂੰ ਘੁਮਾਉਂਦਾ ਫਿਰਾਉਂਦਾ ਰਹੇਗਾ। ਉਸ ਦੇ ਨਾਲ ਗੱਲਬਾਤ ਕਰਦੇ ਸਮੇਂ ਮੈਂ ਮਨ ਹੀ ਮਨ ਕੁੜਦਾ ਰਹਿੰਦਾ ਹਾਂ, ਲੇਕਿਨ ਮਜਬੂਰੀ ਹੈ ਕਿ ਉਸ ਨਾਲ ਕੰਮ ਪੈਂਦਾ ਹੈ ਅਤੇ ਉਸ ਨੂੰ ਮਿਲਣਾ ਵੀ ਪੈਂਦਾ ਹੈ। ਲੇਕਿਨ ਜਦੋਂ ਵੀ ਉਸ ਦੇ ਜਾਂਦਾ ਹਾਂ ਤਾਂ ਇਹੀ ਸੋਚ ਕੇ ਜਾਂਦਾ ਹਾਂ ਕਿ 2-3 ਘੰਟੇ ਬਰਬਾਦ ਕਰਨੇ ਹੀ ਹੋਣਗੇ, ਅਤੇ ਜਦ ਕਦੇ ਉਹ ਮੇਰੇ ਕੋਲ ਆ ਜਾਂਦਾ ਹੈ ਤਾਂ ਕੁਰਸੀ ਦੀ ਪੁਸ਼ਤ ਤੇ ਆਪਣੀ ਪਿੱਠ ਟਿਕਾ ਕੇ ਟੰਗਾਂ ਲੰਮੀਆਂ ਕਰਕੇ ਆਰਾਮ ਦੀ ਮੁਦਰਾ ਵਿੱਚ ਆ ਜਾਂਦਾ ਹਾਂ ਕਿ ਹੁਣ ਤਾਂ ਜਦੋਂ ਤੱਕ ਇਹ ਬੈਠਾ ਹੈ ਕੰਮ ਧੰਦਾ ਕੁਝ ਹੋ ਨਹੀਂ ਸਕੇਗਾ, ਅਤੇ ਜਲਦੀ ਉੱਠ ਕੇ ਜਾਣ ਵਾਲੀ ਨਸਲ ਦਾ ਇਹ ਹੈ ਨਹੀਂ। ਹੁੰਦਾ ਕੀ ਹੈ, ਇਸ ਤਰ੍ਹਾਂ ਦੇ ਲੋਕ ਕੈਸੀਆਂ ਗੱਲਾਂ ਕਰਦੇ ਰਹਿੰਦੇ ਹਨ। ਕਦੇ ਸੁਣੀਆਂ ਨੇ ਤੁਸੀਂ? ਜ਼ਰੂਰ ਸੁਣੀਆਂ ਹੋਣਗੀਆਂ, ਅਤੇ ਕਈ ਦਫਾ ਝੁੰਝਲਾ ਕੇ ਆਪੇ ਤੋਂ ਬਾਹਰ ਹੋ ਕੇ ਅਸ਼ਿਸ਼ਟ ਵੀ ਹੋ ਗਏ ਹੋਵੋਗੇ। ਹਾਲਾਂਕਿ ਫਿਰ ਤੁਹਾਡੀ ਕਮਜ਼ੋਰੀ ਹੈ ਜੋ ਕਿ ਨਹੀਂ ਹੋਣੀ ਚਾਹੀਦੀ, ਕਿਉਂਕਿ ਹਰ ਪ੍ਰਕਾਰ ਦੇ ਵਿਅਕਤੀਆਂ ਨਾਲ ਨਿਰਵਾਹ ਕਰਨਾ ਆਪਣੇ ਆਪ ਵਿੱਚ ਇੱਕ ਅਲੱਗ ਕਲਾ ਹੈ। ਮੇਰੇ ਇੱਕ ਹੋਰ ਮਿੱਤਰ ਹਨ, ਉਹ ਵੀ ਵਪਾਰੀ ਹਨ, ਪਰੰਤੂ ਜਦ ਕਦੇ ਵੀ ਉਹ ਆਉਂਦੇ ਜਾਂ ਉਹਨਾਂ ਦਾ ਫੋਨ ਆਉਂਦਾ ਹੈ ਤਾਂ ਬਿਨਾਂ ਕਿਸੇ ਲਾਗ ਲਪਟ ਅਤੇ ਭੂਮਿਕਾ ਦੇ ਸਿੱਧੀ 2 ਤਰਫੀ ਗੱਲ ਹੁੰਦੀ ਹੈ, ਅਤੇ ਨਮਸਤੇ ਦੇ ਨਾਲ ਗੱਲਬਾਤ ਦਾ ਸਿਲਸਿਲਾ ਸਮਾਪਤ ਹੋ ਜਾਂਦਾ ਹੈ। ਅਜਿਹੇ ਵਿਅਕਤੀ ਦੇ ਨਾਲ ਵਪਾਰ ਵਿਹਾਰ ਕਰਨਾ ਮੈਨੂੰ ਬੜਾ ਹੀ ਸੌਖਾ ਲੱਗਦਾ ਹੈ। ਅਜਿਹੇ ਲੋਕਾਂ ਤੋਂ ਤੁਸੀਂ ਕਦੇ ਵੀ ਅੱਕ ਨਹੀਂ ਸਕਦੇ, ਬਲਕਿ ਸਦਾ ਹੀ ਇਹ ਇੱਛਾ ਤੁਹਾਡੇ ਮਨ ਵਿੱਚ ਬਣੀ ਰਹੇਗੀ ਕਿ ਕਦੇ ਫੇਰ ਵੀ ਇਹਨਾਂ ਨਾਲ ਗੱਲਬਾਤ ਹੋਵੇ। ਅਜਿਹੇ ਲੋਕ ਤੁਰੰਤ ਨਿਰਣਾ ਕਰਨ ਵਾਲੇ, ਚੌਕਸ, ਸਾਫ਼ ਦਿਲ ਅਤੇ ਕੁਸ਼ਲ ਵੀ ਹੁੰਦੇ ਹਨ, ਇਸ ਲਈ ਆਮ ਤੌਰ ਤੇ ਸਫਲ ਵੀ ਹੁੰਦੇ ਹਨ। ਇਹ ਯੋਗਤਾ ਪੈਦਾ ਕਰਨਾ ਕਠਿਨ ਕੰਮ ਨਹੀਂ। ਇਸ ਦੇ ਲਈ ਕਰਨਾ ਸਿਰਫ ਇਹ ਪੈਂਦਾ ਹੈ ਕਿ ਸ਼ੁਰੂ ਤੋਂ ਹੀ ਤੁਸੀਂ ਇਸ ਗੱਲ ਨੂੰ ਪੱਲੇ ਬੰਨ੍ਹ ਲਵੋ ਕਿ ਜੀਵਨ ਬਹੁਤ ਛੋਟਾ ਹੈ, ਇਸ ਲਈ ਜ਼ਿਆਦਾ ਤੋਂ ਜ਼ਿਆਦਾ ਸਮੇਂ ਦਾ ਉਪਯੋਗ ਕਰਨਾ ਹੋਵੇਗਾ, ਅਤੇ ਇਹ ਕਿ ਹਰ ਕਿਸੇ ਦਾ ਸਮਾਂ ਓਨਾ ਹੀ ਕੀਮਤੀ ਹੈ ਜਿੰਨਾ ਕਿ ਮੇਰਾ। ਇਸ ਸਮਝ ਸੋਚ ਦੇ ਇਲਾਵਾ ਤੁਹਾਨੂੰ ਇਹ ਆਦਤ ਪਾਉਣੀ ਹੋਵੇਗੀ ਕਿ ਆਪਣੇ ਵਿਚਾਰਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸੰਖੇਪ ਵਿੱਚ ਕਹਿ ਸਕੋ। ਸੰਖੇਪ ਵਿੱਚ ਗੱਲ ਕਹਿਣਾ ਵਾਸਤਵ ਵਿੱਚ ਇੱਕ ਕਲਾ ਹੈ, ਲੇਕਿਨ ਇਹ ਕਲਾ ਸਿੱਖਣ ਦੇ ਲਈ ਤੁਹਾਨੂੰ ਕਿਸੇ ਸਕੂਲ ਕਾਲਜ ਵਿੱਚ ਜਾਣਾ ਨਹੀਂ ਹੋਵੇਗਾ,
ਬਲਕਿ ਸਿਰਫ ਅਭਿਆਸ ਕਰਨਾ ਹੋਵੇਗਾ। ਮਨ ਹੀ ਮਨ ਗੱਲਾਂ ਕਰੋ ਅਤੇ ਮਨ ਹੀ ਮਨ ਗੈਰ ਜ਼ਰੂਰੀ ਵਾਕ ਅਤੇ ਸ਼ਬਦ ਕੱਟ ਕੇ ਸਿਰਫ ਜ਼ਰੂਰੀ ਸ਼ਬਦ ਜੋੜਦੇ ਰਹੋ। ਪੱਤਰ ਵਿਹਾਰ ਵਿੱਚ ਵੀ ਤੁਹਾਨੂੰ ਮਤਲਬ ਦੀਆਂ ਗੱਲਾਂ ਕਹਿਣ ਦਾ ਅਭਿਆਸ ਕਰਨਾ ਚਾਹੀਦਾ ਹੈ। ਵਪਾਰਕ ਪੱਤਰਾਂ ਦੇ ਲਈ ਤਾਂ ਗੈਰ ਜ਼ਰੂਰੀ ਵਿਸਥਾਰ ਘਾਤਕ ਹੁੰਦਾ ਹੈ, ਕਿਉਂਕਿ ਗੈਰ ਜ਼ਰੂਰੀ ਵਿਸਥਾਰ ਵਾਲੇ ਪੱਤਰਾਂ ਵਿੱਚ ਕੰਮ ਦੀ ਗੱਲ ਕਿੱਥੇ ਲਿਖੀ ਹੋਵੇ ਕੁਝ ਪਤਾ ਨਹੀਂ ਚੱਲ ਸਕਦਾ। ਇਸ ਲਈ ਹੋ ਸਕਦਾ ਹੈ ਕਿ ਐਸੇ ਪੱਤਰਾਂ ਤੇ ਉਚਿਤ ਕਾਰਵਾਈ ਹੋ ਹੀ ਨਾ ਪਾਵੇ, ਜਾਂ ਪੂਰੇ ਪੜ੍ਹੇ ਜਾਣ ਤੋਂ ਪਹਿਲਾਂ ਹੀ ਕੁੜ ਕੇ ਇਹਨਾਂ ਨੂੰ ਕੱਲ੍ਹ ਤੇ ਟਾਲ ਦਿੱਤਾ ਜਾਵੇ, ਅਤੇ ਹੋ ਸਕਦਾ ਕੱਲ੍ਹ ਤੇ ਟਲ ਜਾਣ ਨਾਲ ਤੁਹਾਨੂੰ ਹਜ਼ਾਰਾਂ ਲੱਖਾਂ ਦਾ ਨੁਕਸਾਨ ਹੋ ਜਾਵੇ। ਸਫਲ ਵਪਾਰਕ ਪੱਤਰ ਦੀ ਸਭ ਤੋਂ ਵੱਡੀ ਖੂਬੀ ਸੰਖੇਪ ਅਤੇ ਸੰਖੇਪ ਪੱਤਰ ਲਿਖਣ ਦਾ ਅਭਿਆਸ ਕਰਨ ਦਾ ਸਰਲਤਮ ਉਪਾਅ ਇਹ ਹੈ ਕਿ ਤੁਸੀਂ ਸੋਚੋ ਤੁਸੀਂ ਤਾਰ ਦਾ ਮਜ਼ਮੂਨ ਤਿਆਰ ਕਰ ਰਹੇ ਹੋ ਅਤੇ ਤਾਰ ਵਿੱਚ ਹਰ ਸ਼ਬਦ ਤੇ ਪੈਸੇ ਖਰਚ ਆਉਂਦੇ ਹਨ। ਇਸ ਪ੍ਰਕਾਰ ਅਭਿਆਸ ਕਰਨ ਨਾਲ ਤੁਹਾਨੂੰ ਸੰਖੇਪ ਵਿੱਚ ਪੱਤਰ ਵਿਹਾਰ ਕਰਨ ਦੀ ਆਦਤ ਪੈ ਜਾਵੇਗੀ। ਇਸੇ ਪ੍ਰਕਾਰ ਕੋਈ ਲੇਖ ਜਾਂ ਪੁਸਤਕ ਲਿਖਦੇ ਸਮੇਂ ਵੀ ਸੰਖੇਪ ਵਿੱਚ ਗੱਲਾਂ ਕਹਿਣਾ ਬਹੁਤ ਜ਼ਰੂਰੀ ਹੈ। ਤੁਹਾਡੀਆਂ ਬੇਮਤਲਬ ਦੀਆਂ ਗੱਲਾਂ ਪੜ੍ਹਨ ਦੀ ਵੇਲ ਕਿਸੇ ਨੂੰ ਨਹੀਂ, ਸੋ ਜੋ ਗੱਲ ਇੱਕ ਪੰਨੇ ਤੇ ਲਿਖੀ ਜਾ ਸਕਦੀ ਹੋਵੇ ਉਸ ਦੇ ਲਈ ਪੂਰਾ ਅਧਿਆਇ ਲਿਖਣਾ ਬੇਮਤਲਬ ਹੈ, ਅਤੇ ਜੇ ਕੋਈ ਗੱਲ ਇੱਕ ਪੰਨੇ ਦੇ ਬਜਾਏ ਇੱਕ ਵਾਕ ਵਿੱਚ ਵਿਅਕਤ ਹੋ ਜਾਵੇ ਉਸ ਪੰਨੇ ਦੀਆਂ ਬਾਕੀ ਸਾਰੀਆਂ ਲਾਈਨਾਂ ਕੱਟ ਮਾਰਨ ਵਿੱਚ ਸੰਕੋਚ ਨਹੀਂ ਕਰਨਾ ਚਾਹੀਦਾ। ਪ੍ਰਗਟਾਵੇ ਵਿੱਚ ਸੰਖੇਪ ਦਾ ਇਸ ਪ੍ਰਕਾਰ ਅਭਿਆਸ ਹੋ ਜਾਣ ਨਾਲ ਤੁਸੀਂ ਗੱਲਬਾਤ ਵਿੱਚ ਵੀ ਬੇਮਤਲਬ ਦੀਆਂ ਗੱਲਾਂ ਕਰਨਾ ਛੱਡ ਦਿਓਗੇ। ਜੋ ਵੀ ਗੱਲ ਕਹਿਣੀ ਹੋਵੇ ਉਸ ਦੇ ਇੱਕਦਮ ਨਜ਼ਦੀਕ ਤੋਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰੋ, ਅਤੇ ਮੁੱਖ ਗੱਲ ਕਹਿ ਚੁੱਕਣ ਦੇ ਬਾਅਦ ਇੱਕ ਦੋ ਵਾਕਾਂ ਵਿੱਚ ਹੀ ਗੱਲ ਨੂੰ ਖਤਮ ਕਰ ਦਿਓ। ਨੌਕਰੀ ਦੇ ਲਈ ਆਵੇਦਨ ਪੱਤਰ ਲਿਖਦੇ ਸਮੇਂ ਵੀ ਇਸ ਗੱਲ ਦਾ ਧਿਆਨ ਰੱਖੋ ਕਿ ਸਿਰਫ ਉਹੀ ਗੱਲਾਂ ਲਿਖੀਆਂ ਜਾਣ ਜੋ ਜ਼ਰੂਰੀ ਹਨ। ਆਪਣੀਆਂ ਯੋਗਤਾਵਾਂ ਦੀ ਖੁਦ ਪ੍ਰਸ਼ੰਸਾ ਕਰਨਾ ਆਪਣੇ ਮੂੰਹ ਮੀਆਂ ਮਿੱਠੂ ਬਣਨਾ ਕਹਾਉਂਦਾ ਹੈ, ਅਤੇ ਮੀਆਂ ਮਿੱਠੂਆਂ ਨੂੰ ਅੱਜ ਕੱਲ੍ਹ ਕੋਈ ਪਸੰਦ ਨਹੀਂ ਕਰਦਾ। ਬੇਲਾਗ ਅਤੇ ਸਾਫ਼ ਤੌਰ ਤੇ ਮਤਲਬ ਦੀ ਗੱਲ ਕਹਿਣ ਵਾਲਾ ਵਿਅਕਤੀ ਹੀ ਅੱਜ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਇਸ ਲਈ ਅਜਿਹਾ ਹੀ ਵਿਅਕਤੀ ਫਾਇਦੇ ਵਿੱਚ ਰਹਿੰਦਾ ਹੈ। ਲੇਖਕ ਸਵੇਟ ਮਾਰਡਨ। ਸੰਸਾਰ ਪ੍ਰਸਿੱਧ ਲਿਖਤਾਂ ਨੂੰ ਸੁਣਨ ਵਾਸਤੇ ਪੰਜਾਬੀ ਬੁੱਕ ਹਾਊਸ ਚੈਨਲ ਸਬਸਕ੍ਰਾਈਬ ਕਰੋ।